पंजाबी लाइब्रेरी ते मनप्रीत रतिया वालों तुहानूं सारिਆਂ ਨੂੰ जी आया ਨੂੰ। ਅੱਜ ਜੋ किताब मैं ਤੁਹਾਡੇ सम्मुख ਰੱਖਣ ਵਾਲੀ ਹਾਂ ਉਸਨੂੰ ਲਿਖਿਆ ਐਡਵੋਕੇਟ ਜੋਗਿੰਦਰ ਸਿੰਘ ਤੂਰ ਨੇ, ਜੋ ਕਿ ਐਡਵੋਕੇਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ। ਇਹ ਕਿਤਾਬ ਅੱਜ ਦੇ ਦੌਰ 'ਚ ਚੱਲ ਰਿਹਾ ਕਿਸਾਨੀ ਜ਼ਲਜ਼ਲੇ ਦੇ ਉੱਤੇ ਹੈ। ਖੇਤੀ ਕਾਨੂੰਨਾਂ ਵਿੱਚ ਕਾਲਾ ਕੀ ਹੈ। ਇਸ ਤੋਂ ਪਹਿਲਾਂ ਆਪਾਂ ਇਹ ਕਿਤਾਬ ਪੜ੍ਹਨੀ ਸ਼ੁਰੂ ਕਰੀਏ। ਇਸ ਪੁਸਤਕ ਦੀਆਂ 5000 ਕਾਪੀਆਂ ਲੋਕ ਹਿੱਤ ਵਿੱਚ ਮੁਫਤ ਵੰਡੀਆਂ ਜਾ ਰਹੀਆਂ ਹਨ। ਸੰਖੇਪ ਜਾਣਕਾਰੀ। 5 ਜੂਨ 2020 ਮਾੜਾ ਦਿਨ ਸੀ ਜਿਸ ਦਿਨ ਸਰਕਾਰ 3 ਆਰਡੀਨੈਂਸ ਲੈ ਕੇ ਆਈ ਜਿਹੜੇ ਕਿਸਾਨਾਂ ਦੇ ਮੱਥੇ ਗੋਲੀ ਵਾਂਗ ਵੱਜੇ। ਕਿਸਾਨਾਂ ਨੇ ਇਹਨਾਂ ਦਾ ਵਿਰੋਧ ਜਤਾਇਆ, ਪਰ ਅਮਨ ਤਰੀਕੇ ਨਾਲ, ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਢੰਗ ਨਾਲ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਸਰਕਾਰ ਦੇ ਕੁਝ ਲੁਕਵੇਂ ਇਰਾਦੇ ਸਨ, ਜਿਨ੍ਹਾਂ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਅਣਸੁਣਿਆ ਕਰਕੇ ਸਤੰਬਰ 2020 ਨੂੰ ਤਿੰਨੋਂ ਆਦੇਸ਼ਾਂ ਨੂੰ ਨਾਟਕੀ ਢੰਗ ਨਾਲ ਪਾਰਲੀਮੈਂਟ ਦੇ ਸਾਰੇ ਨਿਯਮਾਂ ਨੂੰ ਤੋੜ ਕੇ ਕਾਨੂੰਨ ਬਣਾ ਦਿੱਤੇ ਗਏ, ਜਿਨ੍ਹਾਂ ਦਾ ਦੇਸ਼ ਵਿਆਪੀ ਵਿਰੋਧ ਹੋ ਰਿਹਾ ਹੈ। ਵੱਧਦੇ ਵਿਰੋਧ ਨੂੰ ਵੇਖਦਿਆਂ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ। 11 ਵਾਰ ਹੋਈ ਵਾਰਤਾਲਾਪ ਵਿੱਚ ਕਿਸਾਨਾਂ ਨੇ ਇੱਕ ਕਰਕੇ ਆਪਣੇ ਖਦਸ਼ੇ ਦੱਸੇ ਤੇ ਕਾਨੂੰਨਾਂ ਦੀਆਂ ਉਣਤਾਈਆਂ ਅਤੇ ਅਸੰਵਿਧਾਨਕਤਾ ਦਾ ਮੁਕੰਮਲ ਵੇਰਵਾ ਦੱਸਿਆ। ਫਿਰ ਵੀ ਸਰਕਾਰ ਆਮ ਲੋਕਾਂ ਨੂੰ ਭੁਲੇਖੇ ਵਿੱਚ ਰੱਖਣ ਲਈ ਕਹੀ ਜਾ ਰਹੀ ਹੈ ਕਿ ਕਿਸਾਨ ਸਾਨੂੰ ਦੱਸ ਨਹੀਂ ਰਹੇ ਕਿ ਇਹਨਾਂ ਕਾਨੂੰਨਾਂ ਵਿੱਚ ਕਾਲਾ ਕੀ ਹੈ, ਜਿਸ ਕਰਕੇ ਇਹਨਾਂ ਨੂੰ ਕਾਲਾ ਕਾਨੂੰਨ ਕਿਹਾ ਜਾ ਰਿਹਾ ਹੈ। ਇਸ ਸਰਕਾਰ ਦੇ ਇਸ ਪੱਜ ਨੂੰ ਧਿਆਨ ਵਿੱਚ ਰੱਖਦਿਆਂ ਇਹ ਯਤਨ ਕੀਤਾ ਗਿਆ ਹੈ ਕਿ ਇਹ ਕਾਨੂੰਨ ਕਿਵੇਂ ਕਿਸਾਨ ਮਾਰੂ ਹਨ, ਕਿਵੇਂ ਸਮੁੱਚੇ ਖੇਤੀ ਅਰਥਚਾਰੇ ਅਤੇ ਦੁਸ਼ਪ੍ਰਭਾਵਿਤ ਹਨ, ਕਿਵੇਂ ਕਾਨੂੰਨੀ ਨੁਕਤੇ ਤੋਂ ਅਸੰਵਿਧਾਨਕ ਹਨ। ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਾ ਹੈ, ਕਿਉਂਕਿ ਹੁਣ ਇਹਨਾਂ ਦਾ ਅਸਰ ਸਾਰੇ ਕਿਰਤੀ ਵਰਗ 'ਤੇ ਪੈਣ ਵਾਲਾ ਹੈ। ਸਰਕਾਰ ਦੀ ਮਨਸ਼ਾ ਖੇਤੀ ਅਰਥਚਾਰਾ ਕਾਰਪੋਰੇਟ ਸੈਕਟਰ ਨੂੰ ਸੌਂਪਣ ਦੀ ਹੈ, ਤੇ ਜਿਵੇਂ ਹੀ ਖੇਤ ਤੇ ਖੇਤੀ ਤੇ ਕਾਰਪੋਰੇਟਾਂ ਕੰਪਨੀਆਂ ਦਾ ਕਬਜ਼ਾ ਹੋ ਜਾਏਗਾ, ਅਨਾਜ ਅਤੇ ਖਾਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਤੁਰੀ ਜਾਣਗੀਆਂ। ਸਰਕਾਰ ਆਪਣਾ ਕੰਟਰੋਲ ਗਵਾ ਚੁੱਕੀ ਹੋਏਗੀ ਤੇ ਉਪਭੋਗਤਾ ਵਰਗ ਮਰਨ ਕਿਨਾਰੇ ਪਹੁੰਚ ਜਾਏਗਾ। ਇਸ ਨੂੰ ਹੁਣ ਤੋਂ ਸਾਂਭਣ ਦੀ ਲੋੜ ਹੈ। ਕਿਸਾਨਾਂ ਵੱਲੋਂ ਆਰੰਭੇ ਸੰਘਰਸ਼ ਨੇ ਇੱਕ ਚੇਤਨਾ ਪੈਦਾ ਕਰ ਦਿੱਤੀ ਹੈ, ਜਿਸ ਵਿੱਚ ਸਾਰੇ ਪ੍ਰਭਾਵਿਤ ਵਰਗ, ਗਰੀਬ, ਮਜ਼ਦੂਰ, ਮੁਲਾਜ਼ਮ ਅਤੇ ਹਰ ਵਰਗ ਦੇ ਕਿਰਤੀ ਲੋਕ ਧਰਮ ਅਤੇ ਜਾਤਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਵਰਗ ਚੇਤਨਾ ਵੱਲ ਵਧੇ ਹਨ, ਜਿਹੜੀ ਚੇਤਨਾ ਸਰਕਾਰ ਨੂੰ ਭਾ ਨਹੀਂ ਰਹੀ ਤੇ ਜਿਸ ਤੋਂ ਡਰ ਵੀ ਰਹੀ ਹੈ, ਕਿਉਂਕਿ ਇਸ ਅੰਦੋਲਨ ਦਾ ਜਨ ਅੰਦੋਲਨ ਬਣਨਾ ਤੇ ਸਾਰੇ ਭਾਰਤ ਵਿੱਚ ਇਸ ਪ੍ਰਤੀ ਹਾਂ ਪੱਖੀ ਆਵਾਜ਼ਾਂ ਭਾਰਤ ਵਿੱਚ ਬੁਨਿਆਦੀ ਤਬਦੀਲੀ ਲਿਆ ਸਕਣ ਦਾ ਸੰਕੇਤ ਹੈ। ਕਿਤੇ ਸਰਕਾਰ ਲੋਕਾਂ ਨੂੰ ਭੁਲੇਖੇ ਵਿੱਚ ਨਾ ਰੱਖ ਸਕੇ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਨਹੀਂ ਹਨ ਤੇ ਕਿਸਾਨ ਦੱਸ ਵੀ ਨਹੀਂ ਰਹੇ ਕਿ ਇਹਨਾਂ ਵਿੱਚ ਕੀ ਕਾਲਾ ਹੈ। ਇਸ ਦਾ ਸੰਖੇਪ ਤੇ ਢੁਕਵੇਂ ਸ਼ਬਦਾਂ ਵਿੱਚ ਕਾਨੂੰਨੀ ਨੁਕਤੇ ਤੋਂ ਇਹਨਾਂ ਕਾਨੂੰਨਾਂ ਦਾ ਲੋਕ ਵਿਰੋਧੀ ਤੇ ਅਸੰਵਿਧਾਨਿਕ ਹੋਣਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਗੇ ਪੜ੍ਹਦੇ ਹਾਂ। ਜੋਗਿੰਦਰ ਸਿੰਘ ਤੂਰ ਵੱਲੋਂ ਲਿਖੇ ਗਏ ਤੇ ਅੱਗੇ ਰੱਖੇ ਗਏ ਸਾਰੇ ਪੁਆਇੰਟਸ ਕਿ ਇਹ ਕਾਨੂੰਨ ਕਾਲੇ ਕਿਉਂ ਹੈ। ਜ਼ਰੂਰੀ ਵਸਤਾਂ ਕਾਨੂੰਨ ਵਿੱਚ ਸੋਧ, ਕਾਨੂੰਨ ਕਿਸਾਨ ਤੇ ਉਪਭੋਗਤਾ ਵਿਰੋਧੀ। 5 ਜੂਨ 2020 ਜਦੋਂ ਪੰਜਾਬ ਤੇ ਹਰਿਆਣਾ ਦੋਵਾਂ ਰਾਜਾਂ ਵਿੱਚ ਨਿਊਨਤਮ ਮੁੱਲ ਦੇ ਆਧਾਰ 'ਤੇ ਕਣਕ ਖਰੀਦੀ ਜਾ ਚੁੱਕੀ ਸੀ ਤੇ ਕਿਸਾਨ ਸੂਰਜਮੁਖੀ, ਮੱਕੀ ਸਾਂਭਣ ਤੇ ਧਾਨ ਬੀਜਣ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ ਤੇ ਸਾਰਾ ਦੇਸ਼ ਕਰੋਨਾ ਦੇ ਖਿਲਾਫ ਜੰਗ ਲੜ ਰਿਹਾ ਸੀ। ਸੈਂਟਰਲ ਸਰਕਾਰ ਨੂੰ ਪਤਾ ਨਹੀਂ ਕੀ ਮਜਬੂਰੀ ਸੀ ਕਿ ਆਪਣਾ ਧਿਆਨ ਕਰੋਨਾ ਤੋਂ ਮੋੜ ਕੇ ਇੱਕੋ ਦਿਨ 5 ਜੂਨ 2020 ਨੂੰ ਹੀ 3 ਆਰਡੀਨੈਂਸ ਜਾਰੀ ਕਰ ਦਿੱਤੇ ਤੇ ਬਾਅਦ ਵਿੱਚ 3 ਕਾਨੂੰਨ ਬਣਾ ਦਿੱਤੇ, ਜਿਨ੍ਹਾਂ ਦਾ ਕਿਸਾਨੀ ਤੇ ਭਾਰਾ ਪੈਣ ਦਾ ਅੰਦੇਸ਼ਾ, ਸਿੱਟਿਆਂ ਤੇ ਅਸਹਿਯੋਗ ਤੋਂ ਨੁਕਸਾਨ ਤੇ ਗੰਭੀਰ ਚਰਚਾ ਚੱਲ ਰਹੀ ਹੈ। ਇਸੇ ਸੰਦਰਭ ਵਿੱਚ ਇਹਨਾਂ 3 ਕਾਨੂੰਨਾਂ ਦਾ ਸੰਵਿਧਾਨਕ ਤੇ ਕਾਨੂੰਨੀ ਨੁਕਤੇ
ਤੋਂ ਅਧਿਐਨ ਜ਼ਰੂਰੀ ਬਣ ਜਾਂਦਾ ਹੈ ਤਾਂ ਕਿ ਸਿੱਟੇ ਕੱਢਣ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ। ਜਦੋਂ 1939 ਵਿੱਚ ਦੂਜੀ ਸੰਸਾਰ ਜੰਗ ਸ਼ੁਰੂ ਹੋਈ ਤਾਂ ਸਰਕਾਰ ਨੂੰ ਮੈਦਾਨੀ ਜੰਗ ਤੋਂ ਇਲਾਵਾ 2 ਹੋਰ ਪੱਖਾਂ ਤੋਂ ਜੰਗ ਲੜਨੀ ਪਈ। ਪਹਿਲਾ ਸੀ ਜ਼ਰੂਰੀ ਵਸਤਾਂ ਦੀ ਕੀਮਤ ਤੇ ਨਿਯੰਤਰਣ ਤੇ ਬਲੈਕ ਮਾਰਕੀਟ ਨੂੰ ਰੋਕਣਾ। ਇਸ ਫਰੰਟ ਤੇ ਕਾਬੂ ਪਾਉਣ ਲਈ ਡਿਫੈਂਸ ਆਫ ਇੰਡੀਆ ਐਕਟ 1939 ਪਾਸ ਕੀਤਾ ਗਿਆ। ਦੂਜਾ ਸੀ ਸ਼ਹਿਰਾਂ ਵਿੱਚ ਮਕਾਨਾਂ ਤੇ ਦੁਕਾਨਾਂ ਦੇ ਕਿਰਾਏ ਵਧਣਾ। ਕਿਰਾਇਆਂ ਬਾਰੇ ਰੈਂਟ ਐਕਟ ਪਾਸ ਕੀਤੇ ਗਏ। ਡਿਫੈਂਸ ਆਫ ਇੰਡੀਆ ਐਕਟ ਨੂੰ 1946 ਵਿੱਚ ਇੱਕ ਨਵੇਂ ਨਾਂ ਜ਼ਰੂਰੀ ਵਸਤਾਂ ਸ਼ਕਤੀਆਂ ਐਕਟ 1946 ਦੈਟ ਇਜ਼ ਇਸੈਂਸ਼ੀਅਲ ਸਪਲਾਈਜ਼ ਟੈਂਪਰੇਰੀ ਪਾਸ ਐਕਟ 1946 ਨਾਲ ਪਾਸ ਕੀਤਾ ਗਿਆ। ਉਹ ਵੀ 1948 ਤੱਕ ਹੀ ਸੀ, ਪਰ ਇਸ ਦੀ ਮਿਆਦ 1955 ਤੱਕ ਵਧਾਈ ਗਈ। 1955 ਵਿੱਚ ਹੁਣ ਦੀ ਚਰਚਾ ਅਧੀਨ ਜ਼ਰੂਰੀ ਵਸਤੂਆਂ ਬਾਰੇ ਕਾਨੂੰਨ ਇਸੈਂਸ਼ੀਅਲ ਕੋਮੋਡਿਟੀਜ਼ ਐਕਟ 1955 ਪਾਸ ਹੋਇਆ। ਜਵਾਹਰ ਲਾਲ ਨਹਿਰੂ ਦੀ ਕੈਬਨਿਟ ਵਿੱਚ ਫੂਡ ਮਿਨਿਸਟਰ ਰਫੀ ਅਹਿਮਦ ਕਿਦਵਾ ਨੇ ਨਵੇਂ ਬਣਾਏ ਜਾਣ ਵਾਲੇ ਜ਼ਰੂਰੀ ਵਸਤਾਂ ਕਾਨੂੰਨ 'ਤੇ 1952 ਵਿੱਚ ਕੰਮ ਸ਼ੁਰੂ ਕੀਤਾ, ਪਰ ਉਸ ਦੀ 1954 ਵਿੱਚ ਇੱਕ ਲੈਕਚਰ ਕਰਦਿਆਂ ਮੌਤ ਹੋ ਗਈ ਸੀ। ਇਸ ਉਪਰੰਤ ਇਹ ਐਕਟ 1955 ਵਿੱਚ ਹੀ ਪਾਸ ਹੋਇਆ। ਇਸ ਐਕਟ ਦੀ ਜ਼ਰੂਰਤ ਤੇ ਮਹੱਤਤਾ ਇਹ ਸੀ ਕਿ ਆਜ਼ਾਦੀ ਤੋਂ ਬਾਅਦ ਦੇ ਪਹਿਲੇ ਸਾਲਾਂ ਵਿੱਚ ਭਾਰਤ ਦੀ ਅਨਾਜ ਸਮੱਸਿਆ ਸਿਰਾਂ 'ਤੇ ਸੀ। ਦੂਜੇ ਦੇਸ਼ਾਂ ਅੱਗੇ ਹੱਥ ਫੈਲਾਉਣ ਪੈ ਰਹੇ ਸੀ। ਵਪਾਰੀ ਇਸ ਸਥਿਤੀ ਦਾ ਨਜਾਇਜ਼ ਫਾਇਦਾ ਉਠਾ ਰਹੇ ਸਨ। ਵਪਾਰੀਆਂ ਵੱਲੋਂ ਜ਼ਰੂਰੀ ਵਸਤੂਆਂ ਦੀ ਜਮ੍ਹਾਖੋਰੀ ਤੇ ਫਿਰ ਬਲੈਕ ਮਾਰਕੀਟ 'ਚ ਹੱਥ ਰੰਗਣੇ ਸਰਕਾਰ ਦੇ ਵੱਸੋਂ ਬਾਹਰ ਹੁੰਦੇ ਜਾ ਰਹੇ ਸਨ। 1955 ਵਿੱਚ ਬਣਿਆ ਜ਼ਰੂਰੀ ਵਸਤਾਂ ਬਾਰੇ ਕਾਨੂੰਨ ਇਸ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਜ਼ਰੂਰੀ ਕਦਮ ਸੀ। ਐਕਟ ਦੀ ਭੂਮਿਕਾ ਵਿੱਚ ਇਹ ਲਿਖਿਆ ਗਿਆ ਹੈ ਕਿ ਇਹ ਐਕਟ ਆਮ ਜਨਤਾ ਦੇ ਹਿੱਤਾਂ ਦੀ ਰਾਖੀ ਤੇ ਜ਼ਰੂਰੀ ਵਸਤਾਂ ਦੀ ਪੈਦਾਵਾਰ, ਵੰਡ ਤੇ ਸਪਲਾਈ ਸੰਬੰਧੀ ਵਪਾਰ ਤੇ ਵਣਜ ਨੂੰ ਕੰਟਰੋਲ ਕਰਨ ਵਾਸਤੇ ਬਣਾਇਆ ਜਾ ਰਿਹਾ ਹੈ। ਇਸ ਐਕਟ ਦੀ ਧਾਰਾ 3 ਵਿੱਚ ਸਰਕਾਰ ਨੂੰ ਅਧਿਕਾਰ ਦਿੱਤੇ ਗਏ ਕਿ ਜ਼ਰੂਰੀ ਵਸਤਾਂ ਦੀ ਪੈਦਾਵਾਰ, ਸਪਲਾਈ ਤੇ ਸਾਂਝੀ ਵੰਡ ਨੂੰ ਨਿਸ਼ਚਿਤ ਕਰਨ ਲਈ ਜਾਂ ਦੇਸ਼ ਦੇ ਡਿਫੈਂਸ ਤੇ ਮਿਲਟਰੀ ਆਪਰੇਸ਼ਨਸ ਦੀ ਲੋੜ ਦੇ ਮੱਦੇਨਜ਼ਰ ਇਹਨਾਂ ਵਸਤਾਂ ਨੂੰ ਵਿਉਂਤਬੱਧ ਤਰੀਕੇ ਨਾਲ ਪੈਦਾ ਕਰਨ, ਖਰੀਦ ਤੇ ਵੇਚ ਮੁੱਲ ਨਿਸ਼ਚਿਤ ਕਰਨਾ, ਵੰਡ ਪ੍ਰਣਾਲੀ ਬਣਾਉਣ ਤੇ ਲਾਗੂ ਕਰਨ ਵਾਸਤੇ ਸਰਕਾਰ ਹੇਠ ਲਿਖੇ ਕੰਟਰੋਲ ਆਰਡਰ ਜਾਰੀ ਕਰ ਸਕਦੀ ਹੈ। ਪਹਿਲਾ, ਲਾਇਸੈਂਸ ਤੇ ਪਰਮਿਟ ਜਾਰੀ ਕਰਨਾ। ਦੂਜਾ, ਬੰਜਰ ਤੇ ਵੀਰਾਨ ਪਈਆਂ ਜ਼ਮੀਨਾਂ ਨੂੰ ਖੇਤੀ ਹੇਠ ਲਿਆਉਣਾ। ਤੀਜਾ, ਜ਼ਰੂਰੀ ਵਸਤਾਂ ਦੀਆਂ ਖਰੀਦ ਤੇ ਫਰੋਖਤ ਕੀਮਤਾਂ ਨਿਰਧਾਰਨ ਕਰਨਾ। ਚੌਥਾ ਪੁਆਇੰਟ, ਭੰਡਾਰਨ, ਟਰਾਂਸਪੋਰਟ, ਪ੍ਰਾਪਤੀ, ਵੰਡ ਤੇ ਡਿਸਪੋਜ਼ੇਬਲ ਬਾਰੇ ਆਰਡਰ ਜਾਰੀ ਕਰਨਾ। ਕਿਸੇ ਜ਼ਰੂਰੀ ਵਸਤੂ ਜਿਸ ਦੀ ਮਾਰਕੀਟ ਵਿੱਚ ਲੋੜ ਹੈ ਨੂੰ ਰੋਕ ਕੇ ਰੱਖਣ ਤੇ ਪਾਬੰਦੀ ਲਾਉਣਾ। ਕਿਸੇ ਵਪਾਰੀ ਜਿਸ ਨੇ ਜ਼ਰੂਰੀ ਵਸਤੂ ਥੋਕ ਵਿੱਚ ਰੱਖੀ ਹੋਈ ਹੈ ਤੇ ਉਸ ਦੀ ਆਮ ਜਨਤਾ ਨੂੰ ਲੋੜ ਹੈ ਤਾਂ ਕੰਟਰੋਲ ਆਰਡਰ ਕਰਕੇ ਉਸ ਨੂੰ ਵੇਚਣ ਜਾਂ ਵੰਡਣ ਬਾਰੇ ਆਰਡਰ ਕਰਨਾ। ਜ਼ਰੂਰੀ ਵਸਤਾਂ ਦੀ ਲਿਸਟ ਵਿੱਚ ਹੇਠ ਲਿਖੀਆਂ ਵਸਤਾਂ ਸ਼ਾਮਲ ਹਨ: ਖਾਦ ਪਦਾਰਥ, ਪਸ਼ੂ ਖੁਰਾਕ, ਕੋਲਾ ਜਿਸ ਵਿੱਚ ਅੰਗੀਠੀਆਂ ਵਿੱਚ ਜਲਣ ਵਾਲਾ ਕੋਲਾ ਸ਼ਾਮਿਲ ਹੈ, ਸੜਕ 'ਤੇ ਚੱਲਣ ਵਾਲੀਆਂ ਗੱਡੀਆਂ ਦੇ ਕਲਪੁਰਜ਼ੇ, ਕਪਾਹ, ਉੱਨੀ ਕੱਪੜੇ, ਖਾਣ ਵਾਲੇ ਤੇਲ ਤੇ ਤੇਲ ਬੀਜ, ਲੋਹਾ ਅਤੇ ਸਟੀਲ, ਕਾਗਜ਼, ਪੈਟਰੋਲ ਤੇ ਡੀਜ਼ਲ ਅਤੇ ਪੈਟਰੋਲੀਅਮ ਤੋਂ ਬਣੀਆਂ ਚੀਜ਼ਾਂ ਜਾਂ ਹੋਰ ਚੀਜ਼ਾਂ ਜਿਹੜੀਆਂ ਸਰਕਾਰ ਲੋਕਾਂ ਦੀਆਂ ਲੋੜਾਂ ਲਈ ਜ਼ਰੂਰੀ ਸਮਝੇ। ਇਹਨਾਂ ਚੀਜ਼ਾਂ ਬਾਰੇ ਸਰਕਾਰ ਕੰਟਰੋਲ ਆਰਡਰ ਕਰ ਸਕਦੀ ਹੈ। 1955 ਤੋਂ 2003 ਤੱਕ ਇਸ ਐਕਟ ਵਿੱਚ ਕਈ ਵਾਰ ਤਰਮੀਮਾਂ ਹੋ ਚੁੱਕੀਆਂ ਹਨ ਤੇ ਹਰ ਵਾਰ ਇਹੀ ਯਤਨ ਕੀਤਾ ਗਿਆ ਹੈ ਕਿ ਇਸ ਐਕਟ ਨੂੰ ਹੋਰ ਪਾਈਦਾਰ ਕਿਵੇਂ ਬਣਾਇਆ ਜਾਵੇ। ਸਰਕਾਰ ਦੇ ਕੰਟਰੋਲ ਆਰਡਰ ਦੀ ਉਲੰਘਣਾ ਕਰਨ ਵਾਲੇ ਨੂੰ ਕੀ ਸਜ਼ਾ ਦਿੱਤੀ ਜਾਵੇ ਤੇ ਉਸ ਦਾ ਕੀ ਤਰੀਕਾ ਹੋਵੇ। ਉਲੰਘਣਾ ਕਰਨ ਵਾਲੇ ਦੇ ਖਿਲਾਫ ਸ਼ਿਕਾਇਤ ਕਰਨ ਦਾ ਅਧਿਕਾਰ ਉਪਭੋਗਤਾ ਤੇ ਉਹਨਾਂ ਦੀ ਸੰਸਥਾ ਨੂੰ ਵੀ ਦਿੱਤਾ ਗਿਆ। ਪਹਿਲੀ ਵਾਰ ਹੋਇਆ ਹੈ ਕਿ ਮੌਜੂਦਾ ਸਰਕਾਰ ਨੇ ਇਸ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਸ ਕੰਮ ਵਾਸਤੇ ਆਰਡੀਨੈਂਸ ਨੰਬਰ 8 ਤੇ ਬਾਅਦ ਵਿੱਚ ਕਾਨੂੰਨ ਬਣਾ ਕੇ ਐਕਟ ਦੀਆਂ ਧਾਰਾਵਾਂ ਨੂੰ ਖੋਰਾ ਲਾਉਂਦੀਆਂ।
ਜੋ ਪ੍ਰਾਵਧਾਨ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹੈ। ਧਾਰਾ 3 ਦੀ ਸਬ ਧਾਰਾ 1 ਵਿੱਚ ਭਾਵੇਂ ਜੋ ਮਰਜ਼ੀ ਲਿਖਿਆ ਹੋਵੇ ਉਸ ਦਾ ਇਸ ਕਾਨੂੰਨ 'ਤੇ ਕੋਈ ਅਸਰ ਨਹੀਂ ਪਵੇਗਾ ਤੇ ਨਵੀਂ ਜੋੜੀ ਜਾ ਰਹੀ ਧਾਰਾ 1A ਲਾਗੂ ਸਮਝੀ ਜਾਏਗੀ, ਜੋ ਹੇਠ ਲਿਖੇ ਪ੍ਰਕਾਰ ਹੈ। ਖਾਦ ਪਦਾਰਥ ਜਿਨ੍ਹਾਂ ਵਿੱਚ ਅਨਾਜ, ਦਾਲਾਂ, ਪਿਆਜ਼, ਆਲੂ, ਖਾਣ ਵਾਲੇ ਤੇਲ, ਤੇਲ ਬੀਜ ਜਿਨ੍ਹਾਂ ਨੂੰ ਸਰਕਾਰ ਇੱਕ ਨੋਟੀਫਿਕੇਸ਼ਨ ਕਰਕੇ ਸ਼ਨਾਖਤ ਕਰੇਗੀ ਨੂੰ ਸਿਰਫ ਅਸਧਾਰਨ ਸਥਿਤੀਆਂ ਵਿੱਚ ਜਿਵੇਂ ਜੰਗ, ਭਿਆਨਕ ਅਕਾਲ, ਕੀਮਤਾਂ ਦਾ ਅਸਾਧਾਰਨ ਤਰੀਕੇ ਨਾਲ ਵਧਣਾ, ਭਿਆਨਕ ਕਿਸਮ ਦੇ ਕੁਦਰਤੀ ਕਹਿਰ ਦੀ ਸਥਿਤੀ ਹੀ ਵਿੱਚ ਕੰਟਰੋਲ ਆਰਡਰ ਜਾਰੀ ਕੀਤਾ ਜਾ ਸਕੇਗਾ। ਖੇਤੀ ਉਪਜ ਦੀ ਸਟਾਕ ਲਿਮਿਟ ਬਾਰੇ ਕੋਈ ਵੀ ਆਰਡਰ ਕੀਮਤਾਂ ਵਧਣ ਨੂੰ ਆਧਾਰ ਬਣਾ ਕੇ ਹੀ ਕੀਤਾ ਜਾ ਸਕੇਗਾ। 1. ਜੇਕਰ ਫਲਾਂ ਦੀ ਕੀਮਤ ਵਿੱਚ 100% ਦਾ ਵਾਧਾ ਹੋ ਜਾਵੇ। 2. ਸਮੇਂ ਨਾਲ ਨਾ ਨਸ਼ਟ ਹੋ ਸਕਣ ਵਾਲੀਆਂ ਦੈਟ ਇਜ਼ ਨੋਨ ਪੈਰਿਸ਼ੇਬਲ ਖਾਦ ਵਸਤਾਂ ਖੇਤੀ ਉਪਜ ਦੇ ਭਾਅ ਵਿੱਚ 50% ਵਾਧਾ ਹੋ ਜਾਵੇ। ਇਹ ਕੀਮਤਾਂ ਮਿਥਨ ਦਾ ਆਧਾਰ ਪਿਛਲੇ 12 ਮਹੀਨੇ ਦੀ ਕੀਮਤ ਜਾਂ ਪਿਛਲੇ 5 ਸਾਲ ਦੀ ਔਸਤ ਕੀਮਤ ਨੂੰ ਗਿਣਿਆ ਜਾਵੇਗਾ। ਇਹ ਵੀ ਸ਼ਰਤ ਹੈ ਕਿ ਇਹ ਸਟਾਕ ਕਰਨ ਦੀ ਲਿਮਿਟ ਫੂਡ ਪ੍ਰੋਸੈਸ ਕਰਨ ਵਾਲੇ ਜਾਂ ਫੂਡ ਪ੍ਰੋਸੈਸ ਕਰਨ ਦੀ ਲੜੀ ਵਿੱਚ ਉਪਜ ਤੋਂ ਲੈ ਕੇ ਡੱਬਾਬੰਦ ਹੋ ਕੇ ਉਪਭੋਗਤਾ ਤੱਕ ਪਹੁੰਚਣ ਦੀ ਲੜੀ ਵਿੱਚ ਜਿੰਨੇ ਲੋਕ ਸ਼ਾਮਿਲ ਹੋਣਗੇ ਉਹ ਫੂਡ ਪ੍ਰੋਸੈਸਿੰਗ ਚੇਨ 'ਚ ਸ਼ਾਮਿਲ ਗਿਣੇ ਜਾਣਗੇ ਤੇ ਕਿਸੇ 'ਤੇ ਵੀ ਇਹ ਕੰਟਰੋਲ ਆਰਡਰ ਲਾਗੂ ਨਹੀਂ ਹੋਏਗਾ। ਇਸ ਕਾਨੂੰਨ ਦੇ ਵਿਸ਼ਲੇਸ਼ਣ ਤੋਂ ਸਾਬਤ ਹੋ ਜਾਂਦਾ ਹੈ ਕਿ ਇਹ ਕਿਸਾਨਾਂ ਦਾ ਭਲਾ ਕਰਨਾ ਦੱਸ ਕੇ ਆਰਡੀਨੈਂਸ ਜਾਰੀ ਕੀਤਾ ਗਿਆ ਤੇ ਫਿਰ ਕਾਨੂੰਨ ਬਣਾ ਦਿੱਤਾ ਗਿਆ। ਅਸਲ ਵਿੱਚ ਆਉਣ ਵਾਲੀ ਖੁੱਲ੍ਹੀ ਮੰਡੀ ਵਿੱਚ ਵਪਾਰੀਆਂ ਤੇ ਜ਼ਖੀਰਾਖੋਰਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਹੈ। ਵਪਾਰੀਆਂ ਜਾਂ ਜਮਾਖੋਰਾਂ 'ਤੇ ਕੋਈ ਪਾਬੰਦੀ ਨਹੀਂ ਲੱਗ ਸਕਦੀ, ਨਾ ਹੀ ਉਨ੍ਹਾਂ ਖਿਲਾਫ ਕੋਈ ਕੰਟਰੋਲ ਆਰਡਰ ਜਾਰੀ ਹੋ ਸਕਦਾ ਹੈ। ਧਾਰਾ 3 ਦੀ ਸਬ ਧਾਰਾ 1 ਵਿੱਚ ਜਿਹੜੇ ਕੰਟਰੋਲ ਆਰਡਰ ਜਾਰੀ ਹੋ ਸਕਦੇ ਹਨ, ਜਿਨ੍ਹਾਂ ਦਾ ਵੇਰਵਾ ਉੱਪਰ ਦਿੱਤਾ ਗਿਆ ਹੈ, ਉਹ ਹੁਣ ਇਸ ਕਾਨੂੰਨ ਦੀ ਵਜ੍ਹਾ ਕਰਕੇ ਪਾਸੇ ਰੱਖ ਦਿੱਤੇ ਗਏ ਹਨ। ਵਪਾਰੀਆਂ ਦਾ ਧਿਆਨ ਫੂਡ ਪ੍ਰੋਸੈਸਿੰਗ ਵੱਲ ਹੈ, ਜੋ ਸਭ ਤੋਂ ਵੱਧ ਮੁਨਾਫੇ ਦਾ ਧੰਦਾ ਹੈ। ਕਿਸਾਨ ਤੋਂ 10 ਰੁਪਏ ਕਿਲੋ ਮੱਕੀ ਲੈ ਕੇ 250 ਰੁਪਏ ਕਿਲੋ ਮੱਕੀ ਤੋਂ ਬਣਿਆ ਕਸਟਰਡ ਵੇਚਦੇ ਹਨ। ਆਲੂ 5 ਤੋਂ 10 ਰੁਪਏ ਕਿਲੋ ਖਰੀਦਦੇ ਹਨ ਤੇ ਚਿਪਸ 200 ਰੁਪਏ ਕਿਲੋ ਵੇਚਦੇ ਹਨ। ਹਰੇ ਮਟਰ 10 ਤੋਂ 15 ਰੁਪਏ ਦੀ ਫਰੋਜ਼ਨ ਮਟਰ 100 ਰੁਪਏ ਕਿਲੋ। ਕੌਫੀ ਦੇ ਬੀਜ 200 ਰੁਪਏ ਲੈ ਕੇ 2000 ਰੁਪਏ ਕਿਲੋ ਇੰਸਟੈਂਟ ਕੌਫੀ ਵਿਕਦੀ ਹੈ। ਇਸੇ ਤਰ੍ਹਾਂ ਕਈ ਹੋਰ ਵਸਤੂਆਂ ਹਨ। ਇਸ ਕਾਨੂੰਨ ਵਿੱਚ ਵਪਾਰੀਆਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਹੈ। ਖਰੀਦਣ ਤੇ ਵੇਚਣ ਬਾਰੇ ਭਾਅ ਮਿਥਣਾ ਸਰਕਾਰ ਦੀ ਜ਼ਦ ਤੋਂ ਬਾਹਰ ਕਰ ਦਿੱਤੇ ਗਏ ਹਨ। ਇਸ ਦਾ ਅਸਰ ਸਿਰਫ ਕਿਸਾਨ 'ਤੇ ਹੀ ਨਹੀਂ ਪੈਣਾ, ਬਲਕਿ ਉਪਭੋਗਤਾ 'ਤੇ ਸਮੁੱਚੇ ਤੌਰ 'ਤੇ ਪੈਣਾ ਹੈ। ਖਾਣ ਵਾਲੀਆਂ ਵਸਤੂਆਂ ਰਾਸ਼ਨ ਕਾਰਡਾਂ 'ਤੇ ਦੇਣ ਦੀ ਬਜਾਏ ਕੁਝ ਨਕਦ ਪੈਸੇ ਉਹਨਾਂ ਦੇ ਖਾਤੇ ਵਿੱਚ ਪਾ ਕੇ ਵੰਡ ਪ੍ਰਣਾਲੀ ਨੂੰ ਕਰਪਟ ਹੋਇਆ ਕਹਿ ਕੇ ਬੰਦ ਕਰ ਦਿੱਤਾ ਜਾਏਗਾ। ਸਭ ਨੂੰ ਇਹ ਵਸਤੂਆਂ ਮਾਰਕੀਟ 'ਚੋਂ ਖਰੀਦਣੀਆਂ ਪੈਣਗੀਆਂ, ਜਿਸ 'ਤੇ ਕਾਰਪੋਰੇਟ ਸੈਕਟਰਾਂ ਦਾ ਕੰਟਰੋਲ ਹੋਵੇਗਾ ਤੇ ਉਹ ਆਪਣੇ ਰੇਟਾਂ 'ਤੇ ਵੇਚਣਗੇ, ਜਿਸ ਨਾਲ ਗਰੀਬ ਆਦਮੀ, ਕਿਸਾਨ ਤੇ ਸਮੁੱਚਾ ਉਪਭੋਗਤਾ ਵਰਗ ਪ੍ਰਭਾਵਿਤ ਹੋਵੇਗਾ। 1955 ਦੇ ਜ਼ਰੂਰੀ ਵਸਤਾਂ ਐਕਟ ਦੀ ਲੋੜ ਤੇ ਪਿਛੋਕੜ ਨੂੰ ਵੇਖਦਿਆਂ ਕਿਸਾਨ ਤਾਂ ਇਹ ਆਸ ਲਾਈ ਬੈਠੇ ਸਨ ਕਿ ਜਿਸ ਘਾਲਣਾ ਸਦਕਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਦੇਸ਼ ਨੂੰ ਅੰਨ ਸੰਕਟ ਤੋਂ ਬਾਹਰ ਹੀ ਨਹੀਂ ਕੱਢਿਆ, ਬਲਕਿ ਗ੍ਰੀਨ ਰੈਵੋਲਿਊਸ਼ਨ ਲਿਆ ਕੇ ਅਨਾਜ ਸਰਪਲਸ ਕਰ ਦਿੱਤਾ, ਸਰਕਾਰ ਉਹਨਾਂ ਦੀ ਪਿੱਠ ਥਾਪੜੇਗੀ।